नमस्कार, एएनबी न्यूज़ में आप सबका स्वागत है और आज हम फिर बात कर रहे हैं किसानी आंदोलन की। किसानी आंदोलन हमारी हिस्ट्री में जाने वाला और इस सब के बारे में हम सबको पक्का पता है, पर हिस्ट्री में याद कैसे रखते हैं? हिस्ट्री में हम किसी भी चीज़ को याद रखते हैं किताबों से। जी हाँ, किताबें, बुक्स, ऐसे, स्टोरीज, प्लेज, इन सब का हिस्सा है। तो आज हमारे साथ एक और किताब है मेरे पास, तो ये आप देख सकते हैं। इस किताब में किसानी आंदोलन की सभी, अगर हम बात करें कविताएं जो भी चल रही हैं, तो मेरे साथ हैं डॉक्टर मंजीत कौर अयाद। हम उनसे बात करते हैं कि आखिर इस बुक की उनको क्यों ज़रूरत पड़ी, क्योंकि हिस्ट्री चल रही है। अगर हम बात करें, कई बुक्स हैं, कई चीज़ें आई हैं और काफ़ी कुछ इसमें आया। नमस्कार मैम। मैं बुक की बात करता हूँ तो इसकी ज़रूरत तो है, क्योंकि हिस्ट्री में कोई चीज़ रहती है तो बुक की बात करते, पर आपने ये स्टार्ट किया तो इसमें क्यों आपको अलग से ज़रूरत लगी? किसानी अंदोलन साडा आम लोगों का अंदोलन है, सिर्फ किसान का अंदोलन नहीं हैगा। ते जिहड़ा साहित्य है साडा, उहदा हमेशा ही साडे संघर्षां विच, साडे इतिहास विच वडमुੱਲਾ योगदान रहिंदा है। ਸਾਹਿਤ ने ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣਾ ਹੁੰਦਾ ਹੈ ਕਿ ਜਿਹੜਾ ਸੰਘਰਸ਼ ਚੱਲ ਰਿਹਾ ਸੀ ਉਹਦੇ ਵਿੱਚ ਸਾਡੇ ਬਜ਼ੁਰਗਾਂ ਨੇ, ਸਾਡੇ ਨੌਜਵਾਨਾਂ ਨੇ, ਸਾਡੀਆਂ ਔਰਤਾਂ ਨੇ, ਸਾਡੀਆਂ ਨੌਜਵਾਨ ਕੁੜੀਆਂ ਨੇ ਕਿਸ ਪ੍ਰਕਾਰ ਆਪਣਾ ਯੋਗਦਾਨ ਦਿੱਤਾ ਹੈ। ਤੇ ਕਵੀ ਜਿਹੜਾ ਹੁੰਦਾ, ਕਵੀ ਮਨ ਸੰਵੇਦਨਸ਼ੀਲ ਹੈ। ਉਹਨੇ ਜਿਸ ਕਿਸਮ ਦਾ ਹੁਣ ਚਾਰ ਚਫੇਰੇ ਜੋ ਆਲਾ ਦੁਆਲਾ ਦੇਖਿਆ, ਉਹਨੂੰ ਆਪਣੇ ਸ਼ਬਦਾਂ ਵਿੱਚ ਬੰਨ੍ਹਿਆ। ਸ਼ਬਦ ਕੋਲ ਇੱਕ ਬਹੁਤ ਵੱਡੀ ਪਾਵਰ ਹੈ। ਉਹਨਾਂ ਸ਼ਬਦਾਂ ਨੂੰ ਇਕੱਤਰ ਕਰਕੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਸਾਂਭਿਆ, ਇਹ ਡਾਕੂਮੈਂਟ ਬਣਾਇਆ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਪਤਾ ਲੱਗੇ ਕਿ ਸਾਡੇ ਬਜ਼ੁਰਗਾਂ ਨੇ ਆਪਣੀ ਹੋਂਦ ਵਾਸਤੇ, ਆਪਣੀ ਕਣਕ ਵਾਸਤੇ, ਆਪਣੇ ਸਿੱਟਿਆਂ ਵਾਸਤੇ, ਆਪਣੀਆਂ ਜ਼ਮੀਨਾਂ ਵਾਸਤੇ ਕਿਸ ਤਰ੍ਹਾਂ ਸੰਘਰਸ਼ ਕੀਤਾ। ਇਸ ਕਰਕੇ ਸਾਨੂੰ ਜ਼ਰੂਰਤ ਪਈ ਕਿ ਸਾਨੂੰ ਇਹ ਲੱਗਿਆ ਕਿ ਅਸੀਂ ਆਪਣੇ ਵੱਲੋਂ ਜੋ ਯੋਗਦਾਨ ਪਾ ਸਕਦੇ ਹਾਂ ਉਹ ਬਣਦਾ ਸਰਦਾ ਇਸ ਸੰਘਰਸ਼ ਦੇ ਵਿੱਚ ਜ਼ਰੂਰ ਪਾਈਏ। किताब की टाइटल के बारे में बात करते हैं, बल्दी मिट्टी ते बोल। मिट्टी तो मैं समझता आता हूँ, फिर स्टार्टिंग के वर्ड्स क्यों? अगर हम किसानों से, मिट्टी किसानों से जुड़ी हुई है, पर बल्दी अगर ਜਦੋਂ ਕਿਸਾਨ ਜਿਹੜਾ ਸੰਘਰਸ਼ ਕਰਦਾ ਹੈ ਨਾ, ਮਤਲਬ ਉਹ ਆਪਣੀ ਜ਼ਮੀਨ ਵਾਸਤੇ, ਉਹ ਆਪਣੀ ਜ਼ਮੀਨ ਨੂੰ ਮਾਂ ਸਮਝਦਾ ਹੈ ਨਾ। ਜਦੋਂ ਉਹ ਸੰਘਰਸ਼ ਕਰਦਾ ਕਰਦਾ ਤਖਤ ਤੇ ਪਹੁੰਚ ਗਿਆ, ਮਤਲਬ ਉਹਨੇ ਸਿੱਧੀ ਜਾ ਟੱਕਰ ਲਈ ਹੈ ਤਖਤ ਨਾਲ। ਮਤਲਬ ਮਿੱਟੀ ਬਲ ਪਈ, ਮਿੱਟੀ ਉੱਠ ਪਈ, ਮਿੱਟੀ ਜਾਗ ਪਈ। ਉਹਦੀ ਜ਼ਮੀਰ ਜਿਹੜੀ ਹੈ ਉਹ ਜਾਗੀ ਹੈ। ਇਹ ਬਲਦੀ ਮਿੱਟੀ ਉਹਦੀ ਜ਼ਮੀਨ ਹੈ ਜਿਹਨੇ ਉਹਨੂੰ ਇੰਨਾ ਹੌਸਲਾ ਦਿੱਤਾ ਹੈ ਕਿ ਤੂੰ ਮੈਨੂੰ ਬਚਾਉਣ ਦਾ ਜਿਹੜਾ ਹੈ ਉਹ ਜ਼ਰੀਆ ਤੇਰੇ ਕੋਲ ਹੁਣ ਆਈ ਹੋਈ ਹੈ, ਸੰਘਰਸ਼ ਹੈ। ਇਸ ਕਰਕੇ ਅਸੀਂ ਇਹਦਾ ਜਿਹੜਾ ਟਾਈਟਲ ਹੈ ਉਹ ਬਲਦੀ ਮਿੱਟੀ ਦੇ ਬੋਲ। कुलदीप जी, कितने लोगों ने मिलके पूरी बुक कंपाइल की और कितने इसमें कितनी कविताएं हैं, अगर मैं आपसे पूछूं? सर ਇਹਦੇ 'ਚ ਸਾਡੇ ਕੋਲੇ 135 ਦੇ ਕਰੀਬ ਸ਼ਾਇਰ ਨੇ, ਸਾਡੇ ਸ਼ਾਇਰ ਦੋਸਤ, ਜਿਨ੍ਹਾਂ ਨੇ ਇਸ ਅੰਦੋਲਨ ਨਾਲ ਸੰਬੰਧਿਤ ਕਵਿਤਾ ਜਿਹੜੀ ਹੈਗੀ ਆ ਉਹ ਲਿਖੀ ਹੈ, ਤੇ 228 ਪੇਜ ਦੀ ਇਹ ਕਿਤਾਬ ਸਾਡੇ ਕੋਲੇ ਬਣੀ ਹੈ। ਇਸ ਕਵਿਤਾ ਦੇ, ਜਿਵੇਂ ਅਸੀਂ ਪਹਿਲੇ ਗੱਲ ਕਰਦੇ ਹਾਂ ਕਿ ਸਾਹਿਤ ਨੇ ਵੀ, ਜਿੱਥੇ ਮਨੁੱਖਾਂ ਨੇ ਆਪਣਾ ਯੋਗਦਾਨ ਦੇਣਾ ਹੁੰਦਾ, ਉਹ ਤੇ ਸਾਹਿਤ ਸਾਡੇ ਕੋਲ ਇੱਕ ਬਹੁਤ ਸ਼ਕਤੀਸ਼ਾਲੀ ਮਾਧਿਅਮ ਹੈ, ਜਿਨ੍ਹੇ ਸਮਾਜ ਦੀਆਂ ਇਹਨਾਂ ਸਥਿਤੀਆਂ ਪਰਿਸਥਿਤੀਆਂ ਨੂੰ ਸਿਰਫ ਪ੍ਰਤੱਖਣ ਹੀ ਨਹੀਂ ਕਰਨਾ ਹੁੰਦਾ, ਸਿਰਫ ਉਹਨਾਂ ਨੂੰ ਚੇਤਰਨਾ ਹੀ ਨਹੀਂ ਹੁੰਦਾ। ਇਸ ਕਿਤਾਬ ਨੂੰ ਐਡਿਟ ਕਰਨ ਦੇ ਪਿੱਛੇ ਸਾਡਾ ਮਕਸਦ ਇਹ ਸੀਗਾ ਕਿ ਇੱਕ ਤਾਂ ਇਹ ਇਮੀਡੀਏਟ ਹੁਣੇ ਹੀ ਜੇ ਕਵਿਤਾਵਾਂ ਜਿੰਨੇ ਸਾਡੇ ਲੇਖਕ ਦੋਸਤਾਂ ਨੇ ਇਹ ਲਿਖੀਆਂ, ਇਹ ਜਦੋਂ ਇਕੱਠੇ ਰੂਪ 'ਚ ਉੱਥੇ ਅੰਦੋਲਨ ਦਾ ਹਿੱਸਾ ਬਣੇਗੀ ਤਾਂ ਇਹਦੇ ਤੋਂ ਇੱਕ ਹੋਰ ਸਾਨੂੰ ਊਰਜਾ, ਹੋਰ ਸਾਨੂੰ એનર્ਜੀ ਮਿਲੇਗੀ ਕਿ ਅਸੀਂ ਇਹਨਾਂ ਕਾਨੂੰਨੀ ਕਾਨੂੰਨਾਂ ਨੂੰ ਰੱਦ ਕਰਾਉਣ 'ਚ ਹੋਰ ਥੋੜਾ सबर संतोख ते उत्साह नाल ਉਹਦੇ 'ਚ हिस्सा ले सकांगे। तो हम ये भी कह सकते हैं एक तरह से संघर्ष भी, मतलब हम कह सकते हैं इन सबको एक तरह से संग्रह भी कर लिया गया है, क्योंकि कहीं ना कहीं जब बहुत कुछ चलता है, बहुत सारी चीज़ें तो कहीं ना कहीं भुला दी जाती हैं, क्योंकि कुछ जो शुरू में कविताएं लिखी गई हों शायद वो अब ना मिली हों। ये इसकी कोशिश की गई है कि हर एक कविता जो इस पूरे आंदोलन में है उसको भी इकट्ठा करने की कोशिश की जा रही है? नहीं, ਇੱਦਾਂ ਨਹੀਂ ਹੈਗਾ ਕਿ ਅਸੀਂ ਇਹ ਤਾਂ ਦਾਅਵਾ ਨਹੀਂ ਕਰਦੇ ਕਿ ਅੰਦੋਲਨ ਨਾਲ ਸੰਬੰਧਿਤ ਸਮੁੱਚੀ ਪੰਜਾਬੀ ਕਵਿਤਾ ਜਿਹੜੀ ਹੈਗੀ ਇਹ ਅਸੀਂ ਇਹਦੇ 'ਚ ਐਡਿਟ ਕਰ ਪਾਏ ਹਾਂ, ਪਰ ਅਸੀਂ ਇੱਕ ਜਿਹੜਾ ਇਹ ਉਪਰਾਲਾ ਕੀਤਾ ਹੈਗਾ, ਇਹਦੇ 'ਚ ਅਸੀਂ ਜਿੰਨੀਆਂ ਕਵਿਤਾਵਾਂ ਇਕੱਤਰ ਕਰ ਪਾਏ ਅਸੀਂ ਉਹ ਕੀਤੀਆਂ। ਤੇ ਸਾਡਾ ਇਹ ਇੱਕ ਅਗਲਾ ਆਦਰਸ਼ ਇਹ ਹੈਗਾ ਕਿ ਅਸੀਂ ਇਹਨੂੰ ਹੁਣ ਲੜੀਵਾਰ ਰੂਪ 'ਚ ਅੱਗੇ ਛਾਪਾਂਗੇ, ਕਿ ਮਤਲਬ ਸੀਰੀਜ਼ ਸ਼ੁਰੂ ਕਰਾਂਗੇ। ਜੀ। ਤੇ ਇਹਦੇ ਵੋਲੀਅਮਸ ਹੋਣਗੇ। ਸਾਡਾ ਇਹ ਮੰਨਣਾ ਹੈ ਕਿ ਕਾਫੀ ਕਵਿਤਾ ਇਹ ਨਹੀਂ ਕਿ ਹੁਣ ਇੱਥੇ ਫੁੱਲ ਸਟਾਪ ਹੋ ਗਿਆ, ਬਹੁਤ ਸਾਰੀਆਂ ਮਿਆਰੀ ਕਵਿਤਾਵਾਂ ਇਸ ਅੰਦੋਲਨ ਨਾਲ ਸੰਬੰਧਿਤ ਹੁਣ ਵੀ ਰਚੀਆਂ ਜਾ ਰਹੀਆਂ ਨੇ, ਤੇ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਇਹਨਾਂ ਦੇ ਵੋਲੀਅਮਸ ਜਿਹੜੇ ਨੇ ਉਹ ਛਾਪਾਂਗੇ। कह सकते हैं ये पहली कड़ी है, जो अभी बहुत कड़ियाँ आनी है उनमें। ਹਾਂ, ਉਮੀਦ ਹੈ ਸਾਨੂੰ ਕਿ ਅਸੀਂ ਇਸ ਪਾਸੇ ਲੱਗੇ ਹੋਏ ਹਾਂ ਤੇ ਅਸੀਂ ਇਹ ਯਤਨ ਕਰਾਂਗੇ ਤੇ ਕਰਦੇ ਰਵਾਂਗੇ, ਕਿਉਂਕਿ ਸਾਡਾ ਮਕਸਦ ਇਹ ਹੈ ਕਿ ਜੇ ਤੁਸੀਂ ਇਤਿਹਾਸ 'ਚੋਂ ਵੀ ਲਹਿਰਾਂ ਨੂੰ ਦੇਖਦੇ ਹੋ ਤੇ ਲਹਿਰਾਂ ਨਾਲ ਸੰਬੰਧਿਤ ਜਿਹੜਾ ਲਿਟਰੇਚਰ ਸਾਨੂੰ ਅੱਜ ਮਿਲਦਾ ਤਾਂ ਉਹ ਸਾਨੂੰ ਹਰ ਸਮੇਂ ਜਾਗਣ ਦੇ ਲਈ ਇੱਕ ਪ੍ਰੇਰਨਾ ਸਰੋਤ ਵੀ ਬਣਦਾ। ਤੇ ਇਹ
ਇਹ ਇਤਿਹਾਸਿਕ ਦਸਤਾਵੇਜ਼ ਜਦੋਂ ਅੱਜ ਤੋਂ 20 ਸਾਲ 40 ਸਾਲ 50 ਸਾਲ ਬਾਅਦ ਵੀ ਜਦੋਂ ਕਿਤੇ ਇਹੋ ਜਿਹੇ ਅੰਦੋਲਨ ਹੋਣਗੇ, ਉਹਨਾਂ ਦੀ ਆਧਾਰ ਭੂਮੀ ਵੀ ਬਣੇਗਾ, ਉਹਨਾਂ ਲੋਕਾਂ ਨੂੰ ਊਰਜਿਤ ਵੀ ਕਰੇਗਾ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਜਿਹੜੇ ਅਸੀਂ ਉਹਨਾਂ ਦੀ ਬਿਹਤਰੀ ਦੇ ਲਈ ਜਿੰਨੇ ਕੋਈ ਯਤਨ ਕਰ ਪਾਏ ਉਹਦੇ ਲਈ ਉਹ ਇਹ ਪ੍ਰਮਾਣ ਵੀ ਬਣੇਗਾ। डॉक्टर मैम, अगर मैं आपसे पूछूं कि कविताएं बहुत ज़्यादा सेंसिटिव चीज़ें होती हैं, बहुत ज़्यादा फीलिंग्स के साथ होती हैं, तो इन कविताओं को लिखते और समेटते हुए आपकी क्या सोच थी? क्योंकि जब आपने खुद पढ़ी होंगी ऑफकोर्स, जब ये लिखी होंगी तो इनको पढ़ा होगा, और फिर जब ऑफकोर्स आप खुद भी एक कवि हैं तो आपको एक अलग इमोशंस आए होंगे, तो तब आपने कोई कविता इन सबको पढ़ के भी कोई लिखी है कैसे? हाँ, मैं कविता लिखती भी हाँ तो ये कवितावां पढ़ के भी कुछ लिखिया है, बाकी ये कवितावां पढ़ के भावुक भी होए हैं, खुश भी होए हैं, रोए भी हैं कि मतलब किस किस्म का जिहड़ा कुछ कवितावां इहो जिहियां आईयां जिहदे विच ਇਹ ਚੀਜ਼ ਦਰਸਾਈ ਗਈ ਹੈ ਮਤਲਬ ਜਿਹੜਾ ਕਿਸਾਨ ਹੈ ਉਹਦਾ ਟਰੈਕਟਰ ਨਾਲ ਰਿਸ਼ਤਾ, ਉਹਦਾ ਟਰਾਲੀ ਨਾਲ ਰਿਸ਼ਤਾ, ਇਹ ਚੀਜ਼ਾਂ ਜਿਹੜੀਆਂ ਇਹ ਪਹਿਲੀ ਵਾਰ ਸਾਡੇ ਸਾਹਮਣੇ ਆਈਆਂ ਨੇ ਤੇ ਮਤਲਬ ਉਹਨਾਂ ਚੀਜ਼ਾਂ ਨੇ ਸਾਨੂੰ ਭਾਵਕ ਵੀ ਕੀਤਾ ਹੈ ਕਿ ਸੱਚਮੁੱਚ ਹੀ ਕਿਸਾਨ ਨੇ ਇਹ ਜਿਹੜੇ ਆਪਣੇ ਖੇਤੀ ਦੇ ਸੰਦ ਨੇ ਉਹਨਾਂ ਨੂੰ ਧੀਆਂ ਪੁੱਤਾਂ ਤਰ੍ਹਾਂ ਰੱਖਿਆ ਹੈ ਤੇ ਉਹਦੀ ਜਿਹੜੀ ਫਸਲ ਹੈ ਉਹ ਸੱਚਮੁੱਚ ਹੀ ਉਹਨੂੰ ਇਦਾਂ ਲੱਗਦਾ ਕਿ ਮੈਂ ਲੁਕੋ ਲਵਾਂ ਹੁਣ ਕਿਤੇ, ਨਹੀਂ ਤਾਂ ਇਹ ਮੇਰੇ ਤੋਂ ਖੋਈ ਜਾਊਗੀ। ਇਹ ਚੀਜ਼ਾਂ ਪੜ੍ਹ ਕੇ ਭਾਵੁਕ ਹੋਏ ਆ। ਕਵਿਤਾ ਵੀ ਲਿਖੀ ਹੈ, ਇਹਦੇ ਵਿੱਚ ਹੀ ਮੇਰੀਆਂ 3 ਕਵਿਤਾਵਾਂ ਸ਼ਾਮਲ ਨੇ ਤੇ ਮਤਲਬ ਹਰ ਤਰ੍ਹਾਂ ਦਾ ਜਿਹੜਾ ਅਨੁਭਵ ਹੋਇਆ, ਇੱਕ ਮਾਣ ਵੀ ਹੋਇਆ ਕਿ ਸਾਡੇ ਲੇਖਕ ਭਾਈਚਾਰੇ ਨੇ ਵੀ ਇਸ ਚੀਜ਼ ਨੂੰ ਸੁਹਿਰਦਤਾ ਨਾਲ ਲਿਆ ਕਿ ਸਾਡੇ ਆਉਣ ਵਾਲੇ ਸਮਿਆਂ ਲਈ ਇਹਨਾਂ ਚੀਜ਼ਾਂ ਨੂੰ ਸਾਂਭਿਆ ਤੇ ਮਤਲਬ ਹਰ ਤਰ੍ਹਾਂ ਦਾ ਤਜਰਬਾ ਹੋਇਆ, ਇਹਨੂੰ ਲਿਖ ਕੇ ਚੰਗਾ ਲੱਗਿਆ ਕਿ ਅਸੀਂ अपनी कविताएं की कुछ पंक्तियां बोल सकते हैं आप? ਹਾਂ ਮੈਂ ਬਸ 2 ਹੀ ਸਤਰਾਂ ਜਿਹੜੀਆਂ ਪਿੱਛੇ ਲਿਖੀਆਂ ਹੋਈਆਂ ਮੇਰੀ ਕਵਿਤਾ ਦੀਆਂ। ਪੜ੍ਹ ਕੇ ਸੁਣਾ ਦਈਏ ਕਿ ਸਾਹੀ ਰਲੀ ਸਿੱਟਿਆਂ ਦੀ ਮਹਿਕ ਜਿਉਂਦੇ ਜੀ ਕਲਬੂਤ ਤੋਂ ਕਿੱਥੇ ਵੱਖ ਹੁੰਦੀ ਆ। ਮਤਲਬ ਕਿਸਾਨ ਦੇ ਤਾਂ ਸਾਹਾਂ 'ਚ ਰਲੀ ਹੋਈ ਹੈ ਮਹਿਕ, ਇਹਨੂੰ ਕੋਈ ਅਲੱਗ ਨਹੀਂ ਕਰ ਸਕਦਾ। ਹਾਂ, ਸਮੇਂ ਦੇ ਜਿਹੜੇ ਝੱਖੜ ਹੁੰਦੇ ਨੇ ਉਹ ਗੁਜ਼ਰ ਜਾਂਦੇ ਨੇ ਤੇ ਇਹ ਜਿਹੜੇ ਝੱਖੜ ਨੇ ਇਹ ਦ੍ਰਿੜਤਾ ਵਾਲੇ ਮਨੁੱਖ ਇਹਨਾਂ ਨੂੰ ਸਿਰਾਂ ਤੇ ਸਹਿ ਲੈਂਦੇ ਆ ਤੇ ਅਸੀਂ ਸਾਡਾ ਜਿਹੜਾ ਕਿਸਾਨੀ ਭਾਈਚਾਰਾ ਇਹਨੂੰ ਸਿਰ ਤੇ ਸਹਿ ਲਵੇਗਾ। ਇਸ ਗੱਲ ਦੀ ਪੂਰੀ ਉਮੀਦ ਹੈ ਤੇ ਜਿੱਤ ਕੇ ਬਾਹਰ ਆਏਗਾ। कुलदीप जी, मैं बात करता हूँ किसानों की। किसान आंदोलन काफ़ी टाइम से चल रहा है, 7 हफ्ते से ऊपर हो गया, पर मैं इसमें एक और बात बोलूँ कि हमारा किसान भाईचारे के साथ सभी ने कवियों ने दिया है, सिंगरों ने दिया है, मतलब पूरे पंजाब ने साथ दिया है। मैं आपसे पूछना चाहता हूँ वही सवाल कि आपने जब इनको संघर्ष किया, मतलब संग्रह कहना चाहता हूँ शब्द, कि इन सबको कंपाइल किया तो आप में क्या फीलिंग्स है, आपके दिमाग में क्या बातें चल रही थी जब आप इन कविताओं को कंपाइल कर रहे थे? और खुद ऑफकोर्स कुछ लिखी भी होंगी तो उनके बारे में बताइए। हाँ, ਬਿਲਕੁਲ। ਮੈਂ ਇਸ ਕਿਤਾਬ 'ਚ ਵੀ ਮੇਰੀਆਂ 3 ਕਵਿਤਾਵਾਂ ਸੰਮਿਲਿਤ ਨੇ। ਜਦੋਂ ਅਸੀਂ ਉਸ ਅੰਦੋਲਨ ਨਾਲ ਜੁੜੇ ਹੋਏ ਸੀਗੇ, ਗਾਹੇ ਬਗਾਹੇ, ਕੈਂਡਲ ਮਾਰਚ, ਡਿਬੇਟਸ, ਇਸ ਤਰੀਕੇ ਨਾਲ ਅਸੀਂ ਇਸ ਅੰਦੋਲਨ ਦਾ ਹਿੱਸਾ ਬਣਦੇ ਰਹੇ। ਫਿਰ ਜਿਵੇਂ ਵੱਡੀ ਗਿਣਤੀ 'ਚ ਕਵਿਤਾਵਾਂ ਇਸ ਅੰਦੋਲਨ ਨਾਲ ਸੰਬੰਧਿਤ ਲਿਖੀਆਂ ਜਾਣੀਆਂ ਸ਼ੁਰੂ ਹੋਈਆਂ, ਸੋਸ਼ਲ ਮੀਡੀਆ ਤੇ ਅਸੀਂ ਦੇਖਿਆ, ਦੋਸਤ ਮਿੱਤਰਾਂ ਨਾਲ ਗੱਲਬਾਤ ਹੁੰਦੀ ਤਾਂ ਉਹ ਕਵਿਤਾ ਸਾਂਝੀ ਕਰਦੇ ਕਿ ਮੈਂ ਇੱਦਾਂ, ਕਿਉਂਕਿ ਇਹ ਅੰਦੋਲਨ ਕਿਉਂਕਿ ਸਾਡੀ ਰੋਟੀ ਦਾ ਮਸਲਾ ਹੈ, ਇਸ ਕਰਕੇ ਭਾਵੁਕਤਾ ਇਹਦੇ 'ਚ ਆਉਣੀ ਲਾਜ਼ਮ ਸੀ। ਤੇ ਜਦੋਂ ਅਸੀਂ ਇਸ ਤਰੀਕੇ ਨਾਲ ਇਮੋਸ਼ਨਲ ਵੀ ਹੋਏ, ਭਾਵੁਕ ਹੋਏ, ਭਵਿੱਖ ਬਾਰੇ ਚਿੰਤਾਤੁਰ ਵੀ ਹੋਏ, ਤਾਂ ਜਦੋਂ ਦੋਸਤਾਂ ਮਿੱਤਰਾਂ ਦੀਆਂ ਕਵਿਤਾਵਾਂ ਨੂੰ ਸੁਣਦੇ ਰਹੇ ਤੇ ਸਾਡੇ ਅੰਦਰਲਾ ਜਿਹੜਾ ਕਵੀ ਮਨ ਜਾਂ ਸਾਡਾ ਉਹ ਕਿਸਾਨੀ ਮਨ ਜਿਹੜਾ ਹੈਗਾ, ਉਹ ਜਦੋਂ ਦੋਨੋਂ ਇਕੱਠੇ ਹੋਏ, ਦੋਨਾਂ ਨੇ ਇੱਕ ਦੂਜੇ ਨਾਲ ਗੱਲਬਾਤ ਕੀਤੀ ਤਾਂ ਉਹਦੇ 'ਚੋਂ ਉਸ ਕਿਸਾਨੀ ਦੇ ਨਾਲ ਜੁੜਦਿਆਂ ਸਾਡੇ ਉਸ ਕਵੀ ਮਨ ਨੇ ਕੁਝ ਸ਼ਬਦ ਜਿਹੜੇ ਆ ਸਾਡੇ ਤੋਂ ਉਹ ਸਾਡੇ ਅੰਦਰੋਂ ਉਕਰੇ ਹੋਏ ਬਾਹਰ ਨਿਕਲੇ ਤੇ ਕਵਿਤਾ ਦੇ ਰੂਪ ਦੇ ਵਿੱਚ। कोई कविता सुनाइए जो आपने शायद। ਹਾਂ, ਮੈਂ ਇਹਦੇ 'ਚ ਮੇਰੀਆਂ 3 ਕਵਿਤਾਵਾਂ ਨੇ। ਮੈਂ ਇੱਕ ਛੋਟੀ ਜਿਹੀ ਕਵਿਤਾ ਸਾਂਝੀ ਕਰਦਾ, ਤੁਸੀਂ ਇਹਦੇ ਤੋਂ ਫੀਲ ਕਰ ਸਕਦੇ ਹੋ ਕਿ ਅਸੀਂ ਕਿਸ ਇਤਿਹਾਸ ਦੇ ਪੈਰੋਕਾਰ, ਸਾਡੀਆਂ ਰਗਾਂ ਦੇ ਵਿੱਚ ਕਿਸ ਇਤਿਹਾਸ ਦਾ ਲਹੂ ਦੌੜਦਾ ਹੈਗਾ। ਇਹਦੇ 'ਚ ਇੱਕ ਛੋਟੀ ਜਿਹੀ ਕਵਿਤਾ ਹੈ ਕਿ ਸ਼ਾਹ ਰਗ, ਕਵਿਤਾ ਦਾ ਨਾਮ ਹੈ ਸ਼ਾਹ ਰਗ। ਕਿਸਾਨੀ ਸਾਡੀ ਸ਼ਾਹ ਰਗ ਹੈ, ਕਿਸਾਨੀ ਸਾਡੀ ਸ਼ਾਹ ਰਗ ਹੈ, ਇਸ ਤੇ ਹੱਥ ਰੱਖਣ ਵਾਲਿਓ ਸਾਡਾ ਇਤਿਹਾਸ ਵਾਚ ਲਿਓ, ਅਸੀਂ ਹੱਥ ਮਿਲਾਉਣਾ ही नहीं वढ़ना भी जानते हैं। बहुत बढ़िया सर। तो जैसा आपने सुना कि कैसे कवियों ने इसमें हिस्सा दिया, पर मैं एक और बात जरूर बोलना चाहूँगा। हिस्ट्री में जो चीज़ याद रखी जाती है वो किताबें होती हैं, वो कविताएं होती हैं, और यहीं पर ही हमारे पंजाब के कवियों ने भी एक स्टेप उठाया है इनको संग्रह करने के लिए। सो अभी के लिए इतना ही। चंडीगढ़ से अमित कुमार, ANV न्यूज़।